ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ, ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ।
ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਹੀ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ, ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ। ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ, ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਉਹਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ, ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ, ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ, ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ, ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ, ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ, ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ, ਤੇ ਅਸੀਂ ਅਜੇ ਚਾਹ ਪੀ ਰਹੇ ਸੀ, ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ, ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ। ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ, ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ।
ਤੇ ਜਦੋਂ ਖਾੜਕੂਆਂ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ ਆ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ ਆ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ
ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ, ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਕਦੀ, ਕੁਝ ਹੋਇਆ ਵੀ ਹੈ? ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਉਹਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ। ਤੇ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ, ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ, ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ
ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ, ਪਰ ਜਿਵੇਂ ਇਸ ਚੀਜ਼ ਦਾ ਡਰ ਕੀ ਸੀਗਾ? ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ ਆ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ, ਪਰ ਜਿਵੇਂ ਦਾ ਡਰ ਕੀ ਸੀਗਾ? ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ, ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ।
ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਕਦੀ, ਕੁਝ ਹੋਇਆ ਵੀ ਹੈ? ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ। ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ।
ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬੰਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ, ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ ਆ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬੰਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ,
ਪਰ ਜਿਵੇਂ ਇਸ ਚੀਜ਼ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਪੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਇਦਾਂ ਕੁਝ ਹੋਇਆ ਵੀ ਹੈ? ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ, ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ, ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ, ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ, ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ, ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ। ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ, ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਪੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ, ਕੁਝ ਹੋਇਆ ਵੀ ਹੈ? ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ, ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ।
ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣਾ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀ ਜਿਹਾ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ
ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ। ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ ਸੀਆਈਡੀ ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਆਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਪੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ, ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ, ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ, ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ। ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ ਸੀਆਈਡੀ ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਆਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ।
ਪਰ ਜਿਵੇਂ ਇਸ ਚੀਜ਼ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਸੀ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ, ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ।
ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ, ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ
ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ। ਉਹ ਸਾਡੇ ਵਿੱਚ ਜਦੋਂ ਕੜੀ ਬੰਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ ਸੀਆਈਡੀ ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਕਦੀ, ਕੁਝ ਹੋਇਆ ਵੀ ਹੈ? ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਉਹਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ। ਤੇ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ, ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ। ਉਹ ਸਾਡੇ ਵਿੱਚ ਜਦੋਂ ਕੜੀ ਬੰਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ ਸੀਆਈਡੀ ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ।
ਪਰ ਜਿਵੇਂ ਇਸ ਚੀਜ਼ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ ਆ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ, ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ, ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ। ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ, ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ, ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲ। ਇਹ ਗੱਲ ਇੱਕ ਸੱਚਾਈ ਸੀ।
ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਕਦੀ, ਕੁਝ ਹੋਇਆ ਵੀ ਹੈ? ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ। ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ
ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ। ਉਹ ਸਾਡੇ ਵਿੱਚ ਜਦੋਂ ਕੜੀ ਬੰਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ ਸੀਆਈਡੀ ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ, ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ ਆ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲ੍ਹਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ, ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ, ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ। ਉਹ ਸਾਡੇ ਵਿੱਚ ਜਦੋਂ ਕੜੀ ਬੰਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ ਸੀਆਈਡੀ ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ।
ਪਰ ਜਿਵੇਂ ਇਸ ਚੀਜ਼ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਪੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਇਦਾਂ ਕੁਝ ਹੋਇਆ ਵੀ ਹੈ? ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ, ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ, ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ, ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ, ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ, ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ। ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ, ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਪੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ, ਕੁਝ ਹੋਇਆ ਵੀ ਹੈ? ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ, ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ।
ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭਏ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀ ਜਿਹਾ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭਏ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ
ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ। ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ ਸੀਆਈਡੀ ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ, ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚਾਹੇ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਪੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ, ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ 'ਚ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ, ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਲਈਏ ਕਿ ਵੱਡੀ ਬੈਲਟ ਮਾਝੇ ਦੀ ਸੀ, ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ। ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ ਸੀਆਈਡੀ ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ ਹੋ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ, ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ।
ਪਰ ਜਿਵੇਂ ਇਸ ਚੀਜ਼ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਸੀ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ। ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਉਹਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ 'ਚ। ਤੇ ਉਹ ਜਿਹੜਾ ਫਰਦਰ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ। ਕਹਿ ਗਈ ਕਿ ਵੱਡੀ ਬੈਲਟ ਮਾਝੇ ਦੀ ਸੀ ਜਿੱਥੋਂ ਦੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਕੁੱਦੇ ਸੀ। ਮਾਲਵੇ ਦਾ ਵੀ ਬੜਾ ਵੱਡਾ ਯੋਗਦਾਨ ਸੀ। ਤੁਸੀਂ ਕਿਹੜੇ ਖੇਤਰ ਦੇ ਵਿੱਚ ਜ਼ਿਆਦਾਤਰ ਨੌਜਵਾਨਾਂ ਦੇ ਉੱਤੇ ਜੀਵਨੀਆਂ ਲਿਖੀਆਂ? ਇਹ ਜੀ ਮਾਝੇ ਦੇ ਵਿੱਚ ਸਾਨੂੰ ਸੰਯੋਗ ਜ਼ਿਆਦਾ ਮਿਲ ਜਾਂਦਾ ਸੀ ਤੇ ਮਾਲਵੇ ਖੇਤਰ ਦੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਸੀ ਕਰਦੇ। ਜਦੋਂ ਕਿਸੇ ਕੋਲ ਜਾਈਦਾ ਸੀ, ਪਹਿਲੀ ਗੱਲ ਆ ਵੀ ਜਦੋਂ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣਾ ਹੋਵੇ, ਅਸੀਂ ਉਦੋਂ ਮੁਲਾਕਾਤ ਕਰਨ ਵਿੱਚ ਸਫਲ ਹੁੰਦੇ ਸੀ। ਜਿਹੜਾ ਦਾਸ ਨੂੰ ਵੀ ਜਾਣਦਾ ਹੁੰਦਾ ਸੀ ਤੇ ਪਰਿਵਾਰ ਨੂੰ ਵੀ ਜਾਣਦਾ ਹੁੰਦਾ ਸੀ, ਉਹ ਸਾਡੇ ਵਿੱਚ ਜਦੋਂ ਕੜੀ ਬਣਦਾ ਸੀ ਨਾ ਤੇ ਉਦੋਂ ਸਾਡੇ ਨਾਲ ਗੱਲਬਾਤ ਕਰਦੇ, ਨਹੀਂ ਤੇ ਪਹਿਲਾਂ CID ਵਾਲਾ ਕਿਸੇ ਏਜੰਸੀ ਦਾ ਬੰਦਾ ਸਮਝ ਕੇ ਕਈ ਵਾਰ ਤੇ ਸਾਡੇ ਹੱਥ ਵਿੱਚੋਂ ਚਾਹ ਦੀ ਗਲਾਸੀ ਵੀ ਖਾ ਲਈ ਜਾਂਦੀ ਸੀ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਕਹਿੰਦਾ ਸੀ ਵੀ ਤੁਸੀਂ ਜਾ ਸਕਦੇ। ਇਹ ਸਾਡੇ ਨਾਲ ਵਾਪਰਿਆ ਵੀ। ਅਸੀਂ ਇਸੇ ਤਰ੍ਹਾਂ ਇੱਕ ਵਾਰ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਮਨਿਹਾਲਾ, ਉਹ ਕੋਈ ਵਕੀਲ ਨਹੀਂ ਸਨ, ਉਹਨਾਂ ਦੀ ਹਾਜ਼ਰ ਜਵਾਬੀ ਕਰਕੇ ਖਾੜਕੂ ਸਿੰਘਾਂ ਨੇ ਉਸ ਦਾ ਨਾਮ ਵਕੀਲ ਰੱਖਿਆ ਹੋਇਆ ਸੀ ਜੀ। ਤੇ ਉਹ ਖਾਲਸਾ ਲਿਬਰੇਸ਼ਨ ਫੋਰਸ ਦੇ ਤੀਜੇ ਜਰਨੈਲ ਵੀ ਸਨ, ਜਿਹੜੇ ਕਿ ਬਹੁਤ ਲੋਕ ਘੱਟ ਜਾਣਦੇ ਨੇ। ਅਸੀਂ ਉਹਨਾਂ ਦੇ ਘਰ 31 ਨੰਬਰ ਵਾਲਾ ਭਾਈ ਸੁਖਦੇਵ ਸਿੰਘ ਪ੍ਰਕਾਸ਼ਕ ਮੇਰੀਆਂ ਕਿਤਾਬਾਂ ਦਾ, ਤੇ ਅਸੀਂ ਆਏ ਤੇ ਜਦੋਂ ਆਏ ਤੇ ਚਾਹ ਪਾਣੀ ਉਹਨਾਂ ਸਾਨੂੰ ਛਕਾਇਆ ਤੇ ਅਸੀਂ ਅਜੇ ਚਾਹ ਪੀ ਰਹੇ ਸੀ ਤੇ ਸਾਨੂੰ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੇ ਭਰਾ ਜੀ ਕਹਿੰਦੇ ਵੀ ਤੁਸੀਂ ਜਾ ਸਕਦੇ। ਅਸੀਂ ਚਾਹ ਦੇ ਕੱਪ ਵੀ ਉੱਥੇ ਰੱਖ ਦਿੱਤੇ, ਅਸੀਂ ਆ ਗਏ। ਪਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਫੋਨ ਕਰਕੇ ਸੱਦਿਆ ਤੇ ਬਾਅਦ ਵਿੱਚ ਜੀਵਨੀ ਲਿਖਵਾਈ ਵੀ। ਯਾਨੀ ਕਿ ਉਦੋਂ ਇੰਨਾ ਭਾਰਤੀ ਸਿਸਟਮ ਦੀ ਜਿਹੜੀ ਸੁਰੱਖਿਆ ਬਲਾਂ ਦਾ ਦਹਿਸ਼ਤ ਸੀ ਪਰਿਵਾਰਾਂ ਦੇ ਉੱਪਰ, ਤੇ ਕਈ ਵਾਰ ਉਹ ਸਾਡੇ ਤੇ ਸ਼ੱਕ ਕਰਦੇ ਸੀ। ਮਾਲਵੇ ਦੇ ਵਿੱਚ ਤੇ ਸਾਡੇ ਨਾਲ ਕੋਈ ਵੀ ਗੱਲ ਕਰਨ ਵਾਸਤੇ ਛੇਤੀ ਤਿਆਰ ਨਹੀਂ ਸੀ ਹੁੰਦਾ। ਪਰ ਜਿਵੇਂ ਦਾ ਡਰ ਕੀ ਸੀਗਾ, ਕਿਉਂ ਨਹੀਂ ਪਰਿਵਾਰ ਤਿਆਰ ਹੁੰਦੇ ਸੀ? ਡਰ ਖੌਫ ਕਿਸੇ ਗੱਲ ਦਾ ਤਾਂ ਹੋਵੇਗਾ ਨਾ, ਪਰਿਵਾਰ ਵੀ ਸਹਿਮੇ ਹੋਣ। ਵੀ ਜੇਕਰ ਅਸੀਂ ਕੋਈ ਇਹਨਾਂ ਨਾਲ ਲੇਖਕ ਦੇ ਨਾਲ ਜੋ ਬਣ ਕੇ ਆਇਆ, ਹੋ ਸਕਦਾ ਵੀ ਸਾਡੇ ਤੋਂ ਕੋਈ ਗੱਲ ਇਹੋ ਜੀ ਖਾੜਕੂ ਸਿੰਘਾਂ ਬਾਰੇ ਜਾਂ ਉਹਨਾਂ ਸੰਪਰਕ ਬਾਰੇ ਪੁੱਛਣ ਅਸੀਂ ਦੱਸ ਦਈਏ ਤੇ ਬਾਅਦ ਵਿੱਚ ਇਹ ਸਿਵਲ ਵਰਦੀ ਚ ਆਏ ਹੀ ਇਹ ਪੁਲਿਸੀਏ ਹੋਣ ਤੇ ਵੀ ਬਾਅਦ ਵਿੱਚ ਸਾਨੂੰ ਇਹ ਮੁਸੀਬਤ ਵਿੱਚ ਪਾ ਦੇਣ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲ ਏਜੰਸੀਆਂ ਦੇ ਬੰਦੇ ਗੇੜੇ ਮਾਰਦੇ ਵੀ ਰਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ। ਮਤਲਬ ਕਿ ਖਾੜਕੂ ਪਰਿਵਾਰਾਂ ਨੂੰ ਇਸ ਤੱਕ ਭੈ ਸੀ ਕਿ ਕਿਤੇ ਕਲਮ ਦੇ ਰੂਪ ਦੇ ਵਿੱਚ ਕੋਈ ਏਜੰਸੀ ਦਾ ਬੰਦਾ, ਕੋਈ ਵੀ ਏਜੰਸੀ ਦਾ ਬੰਦਾ ਆ ਸਕਦਾ। ਤੇ ਜਦੋਂ ਮੇਰੀ ਕਿਤਾਬ ਪੱਗ ਦੀ, ਕੁਝ ਹੋਇਆ ਵੀ ਹੈ, ਮਤਲਬ ਤੁਹਾਨੂੰ ਲੱਗਦਾ ਵੀ ਇਦਾਂ ਹੋਇਆ ਵੀ ਹੋਊਗਾ ਜਿਹੜੇ ਪਰਿਵਾਰ ਸਹਿਮੇ ਸੀ? ਹਾਂਜੀ, ਏਜੰਸੀਆਂ ਹਰ ਇੱਕ ਰੂਪ ਵਿੱਚ ਜਾਂਦੀਆਂ ਨੇ, ਏਜੰਸੀਆਂ ਦੇ ਬੰਦੇ ਜਾਂਦੇ ਹਰ ਇੱਕ ਰੂਪ ਵਿੱਚ ਜਾਂਦੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਉਹ ਇੱਥੋਂ ਤੱਕ ਸੀ ਕਈ ਵਾਰ ਜਦੋਂ ਕਿਸੇ ਖਾੜਕੂ ਦਾ ਭੇਤ ਲੈਣਾ ਹੁੰਦਾ ਸੀ, ਉਸ ਦੇ ਨਾਲ ਆਪਦਾ ਖਾਸ ਬੰਦਾ ਜੇਲ੍ਹ ਦੇ ਵਿੱਚ ਵੀ ਭੇਜ ਦਿੰਦੇ ਸੀ ਪੁਲਿਸ ਵਾਲੇ, ਫਰਜ਼ੀਆ ਕੇਸ ਪਾ ਕੇ ਤੇ ਇੱਕੇ ਚੱਕੀ ਵਿੱਚ ਬੰਦ ਕਰ ਦੇਣਾ। ਤੇ ਜਦੋਂ ਖਾੜਕੂ ਨੇ ਕਹਿ ਦੇਣਾ ਫਲਾਣਾ ਬੰਦਾ ਵੀ ਮੇਰੇ ਸੰਪਰਕ 'ਚ ਆ, ਫਲਾਣਾ ਬੰਦਾ ਦੇ ਸੰਪਰਕ, ਫਲਾਣਾ ਬੰਦਾ ਦੇ ਸੰਪਰਕ ਦੇ ਵਿੱਚ ਆ, ਤੇ ਉਦੋਂ ਉਸਨੇ ਉਹ ਸਾਰਾ ਦੱਸ ਦੇਣਾ ਫਲਾਣੇ ਬੰਦੇ ਦੇ ਗਾਂ ਬੰਦੇ ਚੱਕ ਲੈਂਦੀਆਂ ਸੀ ਏਜੰਸੀਆਂ, ਪੁਲਿਸ ਚੁੱਕ ਲੈਂਦੀ ਸੀ। ਇਹ ਗੱਲ ਹੁੰਦਾ ਸੀ, ਖਾੜਕੂਆਂ ਦੇ ਨਾਲ ਫਿੱਟ ਕੀਤੇ ਜਾਂਦੇ ਸੀ ਬੰਦੇ ਉਹਨਾਂ ਆਪਦੇ ਵੱਲੋਂ। ਇਹ ਗੱਲ ਇੱਕ ਸੱਚਾਈ ਸੀ।
ਕਈ ਵਾਰ ਥਾਣੇ ਦੇ ਵਿੱਚ ਫੜ ਕੇ ਪੁਲਿਸ ਵਾਲੇ ਕਿਸੇ ਖਾੜਕੂ ਨੂੰ ਲਿਆਉਂਦੇ ਸੀ, ਜਦੋਂ ਉਸ ਨੂੰ ਬੰਦ ਕਰ ਦਿੱਤਾ ਸੀ ਕਮਰੇ ਜਾਂਦਾ ਸੀ, ਇੱਕ ਅੱਧੇ ਬੰਦੇ ਨੂੰ ਆਪਦੇ ਖਾਸ ਨੂੰ ਜੋ ਮਾੜੀ ਮੋਟੀ ਸ਼ਤਰੌਲ ਜਿਹਾ ਫੇਰ ਕੇ ਤੇ ਉਸ ਦੇ ਨਾਲ ਹੀ ਫਿੱਟ ਕਰਦੇ ਫਿਰ ਹੁੰਦੇ, ਹਾਂ ਭਾਊ ਤੂੰ ਕਾਹਦੇ ਜਾ, ਮੈਂ ਭਾਊ ਇਹਦੇ ਜਾਂ, ਤੂੰ ਭਾਊ ਕਾਹਦੇ ਮੈਂ ਇਹਦੇ ਚ। ਤੇ ਉਹ ਜਿਹੜਾ ਥਰਡ ਡਿਗਰੀ ਦੇ ਤਸ਼ੱਦਦ ਦੇ ਵਿੱਚ ਪੁਲਿਸ ਦੇ ਕੋਲ ਮੂੰਹ ਨਹੀਂ ਸੀ ਖਾੜਕੂ ਖੋਲਦਾ, ਤੇ ਉਹ ਤਰੀਕੇ ਦੇ ਨਾਲ ਪੁਲਿਸ ਵਾਲੇ ਉਹਨਾਂ ਤੋਂ ਜਾਣਕਾਰੀ ਹਾਸਲ ਕਰ ਲੈਂਦੇ ਹੁੰਦੇ ਸੀ। ਇਹ ਗੱਲ ਹੁੰਦੀਆਂ ਰਹੀਆਂ, ਵਾਪਰੀਆਂ। ਇਹ ਉਹਨਾਂ ਦਾ ਭੈ ਜਿਹੜਾ ਉਹ ਵਾਜਬ ਸੀ, ਕੋਈ ਉਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੋਈ ਕਮਜ਼ੋਰੀ ਸੀ ਜਾਂ ਡਰਦੇ ਸੀ। ਡਰ ਜੋ ਹਕੂਮਤੀ ਜ਼ੁਲਮ ਤਸ਼ੱਦਦ ਹੋ ਰਿਹਾ ਸੀ ਉਹਦੇ ਵਾਸਤੇ ਸ਼ੰਕਾ ਕਰਨਾ ਉਹਨਾਂ ਵਾਸਤੇ ਜਾਇਜ਼ ਵੀ ਸੀ।